ਹਾਂਜੀ, ਪੰਜਾਬ ਦੇ ਸਾਰੇ ਪੋਲੀਟੀਕਲ ਸਾਇੰਸ ਦੇ ਸਟੂਡੈਂਟਸ ਨੂੰ ਅਤੇ ਉਹਨਾਂ ਨੂੰ ਪੜ੍ਹਾਉਣ ਵਾਲੇ ਲੈਕਚਰਰ ਸਾਹਿਬਾਨ ਨੂੰ ਮੇਰੇ ਵੱਲੋਂ ਜਸਪ੍ਰੀਤ ਕੌਰ, ਲੈਕਚਰਰ ਪੋਲੀਟੀਕਲ ਸਾਇੰਸ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਖਮਾਣੋ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੇਟੇ, ਜਿਵੇਂ ਕਿ ਤੁਸੀਂ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਹੋਵੇਗਾ ਕਿ ਨਿਰਦੇਸ਼ਿਕ ਸਿਧਾਂਤਾਂ ਦਾ ਕੀ ਅਰਥ ਹੈ, ਉਹਨਾਂ ਦਾ ਕੀ ਉਦੇਸ਼ ਹੈ ਅਤੇ ਉਹਨਾਂ ਨੂੰ ਅਸੀਂ ਕਿੰਨੇ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਅੱਜ ਉਸੇ ਹੀ ਲੜੀ ਨੂੰ ਅਸੀਂ ਅੱਗੇ ਤੋਰਦੇ ਹੋਏ ਨੀਤੀ ਨਿਰਦੇਸ਼ਿਕ ਸਿਧਾਂਤਾਂ ਦੀ ਆਲੋਚਨਾ, ਮਹੱਤਤਾ ਅਤੇ ਮੌਲਿਕ ਅਧਿਕਾਰਾਂ ਨਾਲੋਂ ਇਹਨਾਂ ਦੇ ਵਿੱਚ ਕੀ ਅੰਤਰ ਹੈ, ਇਸ ਬਾਰੇ ਪੜ੍ਹਾਂਗੇ। ਸੋ ਬੇਟੇ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਲੈਕਚਰ ਪਹਿਲੇ ਲੈਕਚਰ ਦੀ ਤਰ੍ਹਾਂ ਹੀ ਬਹੁਤ ਪਸੰਦ ਆਏਗਾ ਅਤੇ ਜੇ ਇਸ ਦੇ ਵਿੱਚ ਕੋਈ ਕਮੀ ਪੇਸ਼ੀ ਹੋਏਗੀ ਤਾਂ ਤੁਸੀਂ ਮੈਨੂੰ ਸੰਪਰਕ ਕਰਕੇ ਦੱਸੋਗੇ। ਇੱਕ ਗੱਲ ਮੈਂ ਹੋਰ ਲੈਕਚਰ ਸਾਹਿਬਾਨ ਨੂੰ ਕਲੀਅਰ ਕਰ ਦਿੰਦੀ ਹਾਂ, ਵੈਰੀ ਫਸਟ ਟਾਈਮ ਪੰਜਾਬੀ ਦੀ ਟਾਈਪਿੰਗ ਕਰਕੇ ਇਹ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹਾਂ। ਹੋ ਸਕਦਾ ਹੈ ਸਪੈਲਿੰਗ ਮਿਸਟੇਕ ਹੋਣ, ਪਲੀਜ਼ ਮੈਨੂੰ ਪੋਜ਼ਿਟਿਵ ਰਿਸਪੌਂਸ ਦੇਣਾ ਤਾਂ ਕਿ ਮੈਂ ਅੱਗੇ ਤੋਂ ਇਹ ਮਿਸਟੇਕਸ ਨਾ ਕਰ ਸਕਾਂ ਅਤੇ ਨਾ ਹੀ ਕਰਨ ਦੀ ਕੋਸ਼ਿਸ਼ ਕਰਾਂਗੀ। ਸੋ ਆਪਾਂ ਇਸ ਲੈਕਚਰ ਨੂੰ ਅੱਗੇ ਤੋਰਦੇ ਹੋਏ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਨੀਤੀ ਨਿਰਦੇਸ਼ਿਕ ਸਿਧਾਂਤਾਂ ਦੀ ਆਲੋਚਨਾ। ਬੇਟੇ, ਆਲੋਚਨਾ ਤੋਂ ਭਾਵ ਹੁੰਦਾ ਹੈ ਕਿਸੇ ਵੀ ਚੀਜ਼ ਦੇ ਨੈਗੇਟਿਵ ਐਸਪੈਕਟਸ ਨੂੰ ਸਾਹਮਣੇ ਲੈ ਕੇ ਆਉਣਾ। ਜਦੋਂ ਨਵਾਂ ਮੋਬਾਈਲ ਮਾਰਕੀਟ ਵਿੱਚ ਆਇਆ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਆਲੋਚਨਾ ਕੀਤੀ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਉਹਦੀ ਪ੍ਰੇਜ਼ ਵੀ ਕੀਤੀ ਸੀ। ਆਲੋਚਨਾ ਕਰਨ ਵਾਲੇ ਨੇ ਕਿਹਾ ਸੀਗਾ ਕਿ ਹੁਣ ਸਾਰੀ ਦੁਨੀਆ ਬੱਚਿਆਂ ਦੀ ਮੁੱਠੀ ਵਿੱਚ ਹੋ ਜਾਏਗੀ, ਲੋਕਾਂ ਦੀ ਮੁੱਠੀ ਵਿੱਚ ਹੋ ਜਾਏਗੀ, ਠੀਕ ਹੈ ਨਾ। ਉਹ ਜੋ ਮਰਜ਼ੀ ਦੇਖਣਗੇ, ਕਈ ਵਾਰੀ ਕੋਈ ਗਲਤ ਚੀਜ਼ਾਂ ਵੀ ਦੇਖਣਗੇ, ਠੀਕ ਹੈ, ਅਤੇ ਉਸ ਦੇ ਗਲਤ ਪ੍ਰਭਾਵ ਬੱਚਿਆਂ ਉੱਪਰ ਪੈਣਗੇ। ਜਿਹੜੀਆਂ ਚੀਜ਼ਾਂ ਉਹਨਾਂ ਨੂੰ ਇੱਕ ਖਾਸ ਉਮਰ ਤੋਂ ਬਾਅਦ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਨੇ, ਉਹ ਉਹਨਾਂ ਨੂੰ ਬਹੁਤ ਛੋਟੀ ਉਮਰ ਦੇ ਵਿੱਚ ਵੀ ਪ੍ਰੋਵਾਈਡ ਹੋ ਜਾਣਗੀਆਂ। ਸੋ ਬਹੁਤ ਸਾਰੇ ਵਿਦਵਾਨਾਂ ਨੇ, ਬਹੁਤ ਸਾਰੇ ਜਿਹੜੇ ਆਲੋਚਨਾਤਮਕ ਵਿਅਕਤੀ ਸੀਗੇ, ਉਹਨਾਂ ਨੇ ਇਸ ਚੀਜ਼ ਦੀ ਆਲੋਚਨਾ ਕੀਤੀ। ਉਸੇ ਤਰੀਕੇ ਨਾਲ ਜਦੋਂ ਕੋਈ ਨਵਾਂ ਵਿਚਾਰ ਸਮਾਜ ਦੇ ਵਿੱਚ ਆਉਂਦਾ ਹੈ, ਉਸ ਨੂੰ ਲੈ ਕੇ ਵੀ ਬਹੁਤ ਸਾਰੇ ਜਿਹੜੇ ਵਿਦਵਾਨ ਨੇ ਉਹ ਉਹਨਾਂ ਵਿਚਾਰਾਂ ਦੀ ਆਲੋਚਨਾ ਕਰਦੇ ਹਨ। ਜਦੋਂ ਨੀਤੀ ਨਿਰਦੇਸ਼ਿਕ ਸਿਧਾਂਤ ਸਮਾਜ ਦੇ ਵਿੱਚ ਆਏ ਜਾਂ ਉਹਨਾਂ ਨੂੰ ਸਮਾਜ ਦੇ ਵਿੱਚ ਲਿਆਇਆ ਗਿਆ ਤਾਂ ਬਹੁਤ ਸਾਰੇ ਵਿਦਵਾਨਾਂ ਨੇ ਇਸ ਦੀ ਆਲੋਚਨਾ ਕੀਤੀ, ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਸਰ ਆਈਵਰ ਜੈਂਕਿੰਸ ਦੇ ਅਨੁਸਾਰ ਇਹਨਾਂ ਸਿਧਾਂਤਾਂ ਦਾ ਕੋਈ ਮਹੱਤਵ ਨਹੀਂ ਹੈ। ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ, ਸਰ ਆਈਵਰ ਨੇ, ਕਿ ਇਹਨਾਂ ਸਿਧਾਂਤਾਂ ਦਾ ਕੋਈ ਮਹੱਤਵ ਹੀ ਨਹੀਂ ਹੈ, ਇਹ ਬੇਸਲੈਸ ਹਨ। ਇਹਨਾਂ ਨੂੰ ਪੜ੍ਹਨਾ ਜਾਂ ਪੜ੍ਹਾਉਣਾ ਜਾਂ ਸਮਾਜ 'ਚ ਲਾਗੂ ਕਰਨਾ ਬਿਲਕੁਲ ਵੀ ਫਰੂਟਫੁਲ ਨਹੀਂ ਹੋਏਗਾ। ਸੋ ਸਭ ਤੋਂ ਪਹਿਲਾਂ ਤਾਂ ਇਹ ਵਿਦਵਾਨ ਸਨ। ਉਸ ਤੋਂ ਬਾਅਦ ਪ੍ਰੋਫੈਸਰ KT ਸ਼ਾਹ ਦੇ ਅਨੁਸਾਰ ਨਿਰਦੇਸ਼ਿਕ ਸਿਧਾਂਤ ਸਿਰਫ ਉਦੇਸ਼ਾਂ ਅਤੇ ਇੱਛਾਵਾਂ ਦਾ ਐਲਾਨ ਪੱਤਰ ਹੈ। ਉਹ ਕਹਿੰਦੇ ਕਿ ਜਸਟ ਇਹ ਇੱਕ ਕਾਪੀ ਉੱਪਰ ਲਿਖੇ ਹੋਏ ਵਰਡ ਨੇ, ਇਹ ਜਸਟ ਇੱਕ ਐਲਾਨ ਪੱਤਰ ਹੈ, ਜਸਟ ਇੱਕ ਲੈਟਰ ਦੇ ਉੱਪਰ ਜਿਵੇਂ ਆਪਾਂ ਆਪਣੀਆਂ ਇੱਛਾਵਾਂ ਲਿਖ ਦਿੰਦੇ ਹਾਂ, ਉਹ ਜਸਟ ਇੱਕ ਉਹੀ ਪੇਪਰ ਹੈ, ਠੀਕ ਹੈ। ਅਤੇ ਇਸ ਨੂੰ ਅਸੀਂ ਸਮਾਜ ਦੇ ਵਿੱਚ ਹੂਬਹੂ ਇੰਪਲੀਮੈਂਟ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਸ਼੍ਰੀ ਨਸੀਰੁਦੀਨ, ਜਿਨ੍ਹਾਂ ਦੀ ਐਗਜ਼ਾਮਪਲ ਬਹੁਤ ਹੀ ਵਧੀਆ ਹੈ, ਉਹਨਾਂ ਨੇ ਕਿਹਾ ਹੈ ਕਿ ਸਿਧਾਂਤ ਜਿਹੜੇ ਇਹ ਸਿਧਾਂਤ ਨੇ ਨਵੇਂ ਸਾਲ ਦੇ ਕੀਤੇ ਗਏ ਵਾਅਦਿਆਂ ਦੀ ਤਰ੍ਹਾਂ ਹਨ, ਜਿਨ੍ਹਾਂ ਨੂੰ ਜਨਵਰੀ ਦੇ ਦੂਜੇ ਦਿਨ ਹੀ ਤੋੜ ਦਿੱਤਾ ਜਾਂਦਾ ਹੈ। ਬਹੁਤ ਸਾਰੇ ਸਟੂਡੈਂਟਸ, ਬਹੁਤ ਸਾਰੇ ਵਿਅਕਤੀ ਸਾਡੇ ਸਮਾਜ ਦੇ ਵਿੱਚ 31 ਦਸੰਬਰ ਨੂੰ ਰੈਜ਼ੋਲੂਸ਼ਨ ਪਾਸ ਕਰਦੇ ਨੇ ਕਿ ਅਸੀਂ ਨਵੇਂ ਸਾਲ ਤੋਂ ਇਹ ਕਰਾਂਗੇ, ਉਹ ਕਰਾਂਗੇ, ਲੇਕਿਨ 4-5 ਦਿਨਾਂ ਤੋਂ ਬਾਅਦ, 2-3 ਦਿਨਾਂ ਤੋਂ ਬਾਅਦ ਇਹ ਸਭ ਕੁਝ ਭੁੱਲ ਜਾਂਦੇ ਹਨ। ਸੋ ਸ਼੍ਰੀ ਨਸੀਰੁਦੀਨ ਜੀ ਸੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਸਿਧਾਂਤ ਬਿਲਕੁਲ ਉਸੇ ਤਰ੍ਹਾਂ ਹਨ। ਜਦੋਂ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਕਹਿੰਦੇ ਕਿ ਹਾਂ ਸਮਾਜ 'ਚ ਇੱਦਾਂ ਹੋਣਾ ਚਾਹੀਦਾ ਹੈ, ਇੱਦਾਂ ਹੋਣਾ ਚਾਹੀਦਾ ਹੈ, ਲੇਕਿਨ ਨਾਲ ਦੀ ਨਾਲ ਹੀ ਅਸੀਂ ਉਹਨਾਂ ਨੂੰ 1 ਜਾਂ 2 ਦਿਨਾਂ ਦੇ ਵਿੱਚ ਭੁੱਲ ਜਾਂਦੇ ਹਾਂ। ਸੋ ਇਹ ਤਾਂ ਸੀ ਨੀਤੀ ਨਿਰਦੇਸ਼ਿਕ ਸਿਧਾਂਤਾਂ ਦੀ ਆਲੋਚਨਾ ਕਰਨ ਵਾਲੇ ਵਿਦਵਾਨਾਂ ਦੇ ਵਿਚਾਰ। ਅਤੇ ਹੁਣ ਅਸੀਂ ਇਹ ਕਹਾਂਗੇ ਕਿ ਉਹਨਾਂ ਨੇ ਕਿਸ ਗੱਲ ਦੀ ਆਲੋਚਨਾ ਕੀਤੀ ਹੈ। ਜਿਵੇਂ ਕਿ ਸਭ ਤੋਂ ਪਹਿਲਾਂ ਇਹ ਉਹਨਾਂ ਨੇ ਆਲੋਚਨਾ ਕੀਤੀ ਹੈ ਕਿ ਇਹ ਨਿਆਂਯੋਗ ਨਹੀਂ ਹਨ, ਇਹ ਸਿਧਾਂਤ ਨਿਆਂਯੋਗ ਨਹੀਂ ਹਨ, ਭਾਵ ਇਹਨਾਂ ਨੂੰ ਲਾਗੂ ਕਰਵਾਉਣ ਲਈ ਅਦਾਲਤਾਂ ਦਾ ਸਹਾਰਾ ਨਹੀਂ ਲਿਆ ਜਾ ਸਕਦਾ। ਬੇਟੇ, ਜਿਵੇਂ ਤੁਸੀਂ ਪਿਛਲੇ ਚੈਪਟਰ ਦੇ ਵਿੱਚ ਪੜ੍ਹਿਆ ਸੀ ਜਾਂ ਪਿਛਲੇ ਲੈਕਚਰ ਦੇ ਵਿੱਚ ਸੁਣਿਆ ਸੀ ਕਿ ਜਿਹੜੇ ਮੌਲਿਕ ਅਧਿਕਾਰ ਨੇ, ਜੇਕਰ ਕੋਈ ਵਿਅਕਤੀ, ਕੋਈ ਸਕੂਲ, ਕੋਈ ਸੰਸਥਾ ਖੋਹਣ ਦੀ ਕੋਸ਼ਿਸ਼ ਕਰੇ ਤਾਂ ਅਸੀਂ ਕੋਰਟ ਦਾ ਸਹਾਰਾ ਲੈ ਸਕਦੇ ਹਾਂ।
ਪਰ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਕੀ ਹੈ ਕਿ ਅਸੀਂ ਇਹਨਾਂ ਨੂੰ ਲਾਗੂ ਕਰਵਾਉਣ ਲਈ ਕਿਸੇ ਵੀ ਅਦਾਲਤ ਦਾ ਸਹਾਰਾ ਨਹੀਂ ਲੈ ਸਕਦੇ। ਨੈਕਸਟ ਹੈ ਕਿ ਇਹ ਸਿਧਾਂਤ ਕਾਫੀ ਹੱਦ ਤੱਕ ਰੂੜੀਵਾਦੀ ਹਨ। ਰੂੜੀਵਾਦੀ ਦਾ ਮਤਲਬ ਹੁੰਦਾ ਹੈ ਪੁਰਾਣੇ ਖਿਆਲਾਤ ਦੇ, ਕੰਜ਼ਰਵੇਟਿਵ, ਜਿਨ੍ਹਾਂ ਦੀ ਵਿਚਾਰਧਾਰਾ ਬਹੁਤ ਹੀ ਜ਼ਿਆਦਾ ਪੁਰਾਤਨ ਹੋਵੇ, ਜਿਨ੍ਹਾਂ ਦੀ ਵਿਚਾਰਧਾਰਾ ਸਮਾਜ ਦੇ ਨਾਲ ਰਲਦੀ ਨਾ ਹੋਵੇ, ਜਿਹੜੇ ਅਜੇ ਵੀ ਪੁਰਾਣੀਆਂ ਹੀ ਵਿਚਾਰਧਾਰਾਂ ਦੀਆਂ ਗੱਲਾਂ ਕਰਦੇ ਹੋਣ। ਸੋ ਸਰ ਆਈਵਰ ਜੈਂਕਿੰਸ ਨੇ ਕਿਹਾ ਸੀਗਾ ਇਹ ਸਿਧਾਂਤ ਇੰਗਲੈਂਡ ਦੀ 19ਵੀਂ ਸਦੀ ਦੀ ਪੁਰਾਣੀ ਰਾਜਨੀਤੀ 'ਤੇ ਆਧਾਰਿਤ ਹਨ। ਜੋ 19ਵੀਂ ਸਦੀ ਦੇ ਵਿੱਚ ਲੋਕ ਗੱਲਾਂ ਕਰਦੇ ਸੀ ਜਾਂ ਲੋਕਾਂ ਦੇ ਬਾਰੇ ਜੋ ਧਾਰਨਾਵਾਂ ਸੋਚੀਆਂ ਜਾਂਦੀਆਂ ਸੀ, ਰੱਖੀਆਂ ਜਾਂਦੀਆਂ ਸੀਗੀਆਂ, ਇਹ ਉਸ ਨੂੰ ਪ੍ਰੈਫਰੈਂਸ ਦਿੰਦੇ ਨੇ। ਤਾਂ ਇਹ ਆਇਰਲੈਂਡ ਦੀ 20ਵੀਂ ਸਦੀ ਵਿੱਚ ਮਹੱਤਵ ਰੱਖਦੇ ਸੀ। ਬੇਟੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਇਹ ਸਿਧਾਂਤ ਨੇ ਇਹ ਅਸੀਂ ਆਇਰਲੈਂਡ ਦੇ ਸੰਵਿਧਾਨ ਤੋਂ ਲਏ ਹੋਏ ਹਨ। ਸੋ ਪਿਕਚਰ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਆਇਰਲੈਂਡ ਦੀ ਜਿਹੜੀ 19ਵੀਂ ਸਦੀ ਦੀ ਜਿਹੜੀ ਪਿਕਚਰ ਹੈ ਉਹ ਆਪਾਂ ਦੇਖ ਰਹੇ ਹਾਂ ਕਿ ਇੱਕ ਪੁਰਾਤਨ ਦੇਸ਼ ਦੀ ਫੋਟੋ ਹੈ। ਬੈਕਵਰਡਨੈਸ ਦਾ ਮਤਲਬ ਹੁੰਦਾ ਹੈ ਅੱਜ ਦੇ ਸਮਾਜ ਦੇ ਨਾਲ ਜੋ ਵਿਚਾਰ ਮੈਚ ਨਾ ਕਰਦੇ ਹੋਣ, ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਇਹ ਰੂੜੀਵਾਦੀ ਹਨ। ਸੋ ਇਹ ਨੀਤੀ ਨਿਰਦੇਸ਼ਕ ਸਿਧਾਂਤ ਵੀ ਕਾਫੀ ਹੱਦ ਤੱਕ ਪੁਰਾਣੇ ਵਿਚਾਰਾਂ ਦੇ ਨਾਲ ਹੀ ਸੰਬੰਧ ਰੱਖਦੇ ਹਨ। ਇਹ ਰਾਜ ਦੀ ਪ੍ਰਭੂ ਸੱਤਾ ਦੇ ਸਿਧਾਂਤਾਂ ਦੇ ਉਲਟ ਹਨ। ਪ੍ਰਭੂ ਸੱਤਾ ਲਫ਼ਜ਼ ਤੁਸੀਂ ਆਪਣੇ ਲੈਕਚਰ ਸਾਹਿਬਾਨ ਤੋਂ ਸੁਣਿਆ ਹੋਵੇਗਾ ਕਿ ਰਾਜ ਦੇ 4 ਜ਼ਰੂਰੀ ਤੱਤ ਹਨ: ਸਰਕਾਰ, ਖੇਤਰ, ਆਬਾਦੀ ਅਤੇ ਪ੍ਰਭੂ ਸੱਤਾ। ਪ੍ਰਭੂ ਸੱਤਾ ਸਭ ਤੋਂ ਮਹੱਤਵਪੂਰਨ ਤੱਤ ਹੈ। 1947 ਤੋਂ ਪਹਿਲਾਂ ਭਾਰਤ ਇੱਕ ਰਾਜ ਨਹੀਂ ਸੀ ਕਿਉਂਕਿ ਭਾਰਤ ਕੋਲ ਆਪਣੀ ਪ੍ਰਭੂ ਸੱਤਾ ਨਹੀਂ ਸੀ। ਸਾਡੇ ਉੱਪਰ ਇੰਗਲੈਂਡ ਦੇਸ਼ ਦਾ ਰਾਜ ਸੀ। ਸੋ ਪ੍ਰਭੂ ਸੱਤਾ ਦਾ ਮਤਲਬ ਹੈ ਜਦੋਂ ਅਸੀਂ ਅੰਦਰੂਨੀ ਅਤੇ ਬਾਹਰੀ ਤੌਰ 'ਤੇ ਸੁਤੰਤਰ ਹੋਈਏ, ਜਦੋਂ ਅਸੀਂ ਆਪਣੀਆਂ ਨੀਤੀਆਂ ਨੂੰ ਆਪ ਲਾਗੂ ਕਰਨ ਦੇ ਵਿੱਚ ਸਮਰੱਥ ਹੋਈਏ ਤਾਂ ਅਸੀਂ ਇੱਕ ਰਾਜ ਬਣਾ ਸਕਦੇ ਹਾਂ। ਸੋ ਇਸ ਦੇ ਵਿੱਚ ਕੀ ਹੈ ਕਿ ਰਾਜ ਲੋਕਾਂ ਨੂੰ ਆਦੇਸ਼ ਦਿੰਦਾ ਹੈ। ਰਾਜ ਦਾ ਮੇਨ ਕੰਮ ਇਹ ਹੁੰਦਾ ਹੈ ਕਿ ਲੋਕਾਂ ਨੂੰ ਆਦੇਸ਼ ਦੇਣਾ। ਪਰ ਜਿਹੜੇ ਇਹਦੇ ਆਲੋਚਕ ਨੇ ਉਹ ਕਹਿੰਦੇ ਨੇ ਕਿ ਇਹ ਬੜੀ ਇੱਕ ਹਾਸੋਹੀਣੀ ਗੱਲ ਹੈ, ਬੜੀ ਇੱਕ ਅਜੀਬ ਗੱਲ ਹੈ ਕਿ ਜਿਹੜਾ ਰਾਜ ਪ੍ਰਭੂ ਸੱਤਾ ਸੰਪੰਨ ਹੁੰਦਾ ਹੈ, ਜਿਹੜਾ ਕਿ ਸਾਰਿਆਂ ਨੂੰ ਹੁਕਮ ਦਿੰਦਾ ਹੈ, ਪਰ ਨੀਤੀ ਨਿਰਦੇਸ਼ਕ ਸਿਧਾਂਤ ਜਿਹੜੇ ਹਨ ਉਹ ਰਾਜ ਨੂੰ ਹੁਕਮ ਦੇ ਰਹੇ ਹਨ, ਜਿਹੜੇ ਕਿ ਬਹੁਤ ਹੀ ਜ਼ਿਆਦਾ ਅਜੀਬ ਲੱਗਦਾ ਹੈ, ਜਿਹਨੂੰ ਅਸੀਂ ਸੋਚ ਕੇ ਬੜਾ ਉਹ ਫੀਲ ਕਰਦੇ ਹਾਂ ਕਿ ਵਾਟ ਇਜ਼ ਦਿਸ, ਵੀ ਕੋਈ ਇੱਦਾਂ ਦੀ ਧਾਰਾ ਹੈ, ਕੋਈ ਇੱਦਾਂ ਦੇ ਵਿਚਾਰ ਹਨ ਜਿਹੜੇ ਕਿ ਰਾਜ ਨੂੰ ਆਦੇਸ਼ ਦਿੰਦੇ ਹੋਣ। ਸੋ ਇਹ ਜਿਹੜਾ ਸਿਧਾਂਤ ਹੈ ਇਹ ਪ੍ਰਭੂ ਸੱਤਾ ਦੇ ਸਿਧਾਂਤਾਂ ਦੇ ਉਲਟ ਮੰਨੇ ਜਾਂਦੇ ਹਨ। ਉਸ ਤੋਂ ਬਾਅਦ ਆ ਜਾਂਦਾ ਹੈ ਕਿ ਇਹ ਸਿਧਾਂਤ ਵਿਵਹਾਰਿਕ ਨਹੀਂ ਹਨ। ਵਿਵਹਾਰਿਕ ਦਾ ਮਤਲਬ ਹੈ ਸੱਚਾਈ ਤੋਂ ਬਹੁਤ ਪਰੇ ਹਨ। ਬੇਟੇ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਆਪਣੇ ਬਜ਼ੁਰਗ ਜਿਹੜੇ ਸੀਗੇ ਉਹ ਆਪਾਂ ਨੂੰ ਸਟੋਰੀ ਸੁਣਾਉਂਦੇ ਸੀਗੇ, ਕਿਸੇ ਪਰੀ ਦੀ ਸਟੋਰੀ ਸੁਣਾਉਂਦੇ ਸੀ, ਕਿਸੇ ਜਿੰਨ ਦੀ ਸਟੋਰੀ ਸੁਣਾਉਂਦੇ ਸੀ, ਤਾਂ ਉਹਦੇ ਵਿੱਚ ਸਾਨੂੰ ਸਾਰੀ ਚੀਜ਼ਾਂ ਅਸਲੀ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਵੀ ਹਾਂਜੀ ਇੱਦਾਂ ਹੁੰਦਾ ਹੋਏਗਾ, ਇੱਦਾਂ ਹੁੰਦਾ ਹੋਏਗਾ, ਪਰ ਅਸਲੀਅਤ ਦੇ ਵਿੱਚ ਇੱਦਾਂ ਦਾ ਕੁਝ ਵੀ ਨਹੀਂ ਸੀ ਹੁੰਦਾ। ਸੋ ਇਸ ਪਿਕਚਰ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਲੜਕੀ ਹੈ ਉਹ ਆਪਣੇ ਸੁਪਨਿਆਂ ਦੇ ਵਿੱਚ ਇੱਕ ਰਾਜਕੁਮਾਰੀ ਦੇਖਦੀ ਹੈ, ਇੱਕ ਜੰਗਲ ਦੇ ਵਿੱਚੋਂ ਕੋਈ ਪਿਕਚਰ ਦੇਖ ਰਹੀ ਹੈ। ਸੋ ਇਹ ਜਿਹੜੇ ਸਿਧਾਂਤ ਨੇ ਇਹਨਾਂ ਨੂੰ ਅਸੀਂ ਅਸਲੀਅਤ ਵਿੱਚ ਲਾਗੂ ਨਹੀਂ ਕਰ ਸਕਦੇ, ਕਿਉਂਕਿ ਜਿਵੇਂ ਇਹ ਕਹਿੰਦੇ ਨੇ ਕਿ ਸਾਰੇ ਸਮਾਜ ਦੇ ਵਿੱਚ ਰਾਮ ਰਾਜ ਹੋਣਾ ਚਾਹੀਦਾ ਹੈ, ਸਾਰੇ ਸਮਾਜ ਦੇ ਵਿੱਚ ਲੋਕ ਇਮਾਨਦਾਰ ਹੋਣੇ ਚਾਹੀਦੇ ਨੇ, ਸਾਰੇ ਸਮਾਜ ਦੇ ਵਿੱਚ ਲੋਕ ਸੱਚ ਬੋਲਣ ਵਾਲੇ ਹੋਣੇ ਚਾਹੀਦੇ ਨੇ। ਸੋ ਇਹ ਚੀਜ਼ਾਂ ਅਸੀਂ ਇੱਕੋ ਦਮ ਜਾਂ ਇੱਕੋ ਵਾਰੀ ਵਿੱਚ ਇੰਪਲੀਮੈਂਟ ਨਹੀਂ ਕਰ ਸਕਦੀਆਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੀਆਂ ਇੱਛਾਵਾਂ ਦੇ ਉੱਪਰ ਨਿਰਭਰ ਕਰਦੀਆਂ ਹਨ। ਸੋ ਕੁਝ ਸਿਧਾਂਤ ਅਜਿਹੇ ਹਨ ਜਿਨ੍ਹਾਂ ਨੂੰ ਅਸਲੀਅਤ ਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ। ਜਿਵੇਂ ਕਈ ਰਾਜਾਂ ਦੀਆਂ ਸਰਕਾਰਾਂ ਨੇ ਸ਼ਰਾਬ ਅਤੇ ਹੋਰ ਨਸ਼ਿਆਂ ਉੱਪਰ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਾਂ ਸਭ ਨੂੰ ਪਤਾ ਕਿ ਜਿਹੜੀ ਸ਼ਰਾਬ ਹੈ ਉਹ ਮਨੁੱਖਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ, ਲੇਕਿਨ ਜੇਕਰ ਸਰਕਾਰ ਇਹਨਾਂ ਉੱਪਰ ਪਾਬੰਦੀਆਂ ਲਗਾ ਦਿੰਦੀ ਹੈ ਤਾਂ ਸਰਕਾਰ ਨੂੰ ਬਹੁਤ ਲਾਸ ਹੁੰਦਾ ਹੈ, ਪਰ ਇਹ ਸਫਲ ਵੀ ਨਹੀਂ ਹੋ ਸਕਦਾ। ਗੁਜਰਾਤ ਨੇ ਅਤੇ ਬਿਹਾਰ ਨੇ ਇਹਦੇ ਉੱਪਰ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਰਕਾਰ ਨੂੰ ਸਫਲਤਾ ਨਹੀਂ ਮਿਲੀ, ਕਿਉਂਕਿ ਇਹ ਇੱਕ ਕਿਸਮ ਦਾ ਲੋਕਾਂ ਦਾ ਬੇਸਿਕ ਰਾਈਟ ਹੈ ਕਿ ਕੋਈ ਕਿਸੇ ਨੇ ਥੋੜ੍ਹੀ ਪੀਣੀ ਹੈ, ਕਿਸੇ ਨੇ ਵੱਧ ਪੀਣੀ ਹੈ, ਇਹ ਅਸੀਂ ਕਿਸੇ ਨੂੰ ਮਨਾ ਨਹੀਂ ਕਰ ਸਕਦੇ। ਐਕਸੈਸ ਇਜ਼ ਐਵਰੀਥਿੰਗ ਬੈਡ ਸਿਰਫ ਸਮਝਾ ਸਕਦੇ ਹਾਂ, ਜਿਵੇਂ ਤੁਹਾਨੂੰ ਟੀਚਰ ਸਾਹਿਬਾਨ ਸਮਝਾਉਂਦੇ ਨੇ ਕਿ ਬੇਟੇ ਸਕੂਲ ਆਇਆ ਕਰੋ, ਪੜ੍ਹਿਆ ਕਰੋ, ਆਪਣਾ ਕੰਮ ਕਰਿਆ ਕਰੋ, ਲੇਕਿਨ 50 ਬੱਚਿਆਂ ਦੀ ਕਲਾਸ ਦੇ ਵਿੱਚੋਂ ਬਹੁਤ ਘੱਟ ਬੱਚੇ ਹੁੰਦੇ ਨੇ ਜਿਹੜੇ ਇਹਨਾਂ 'ਤੇ ਅਮਲ ਕਰਦੇ ਨੇ। ਉਸੇ ਤਰੀਕੇ ਨਾਲ ਸਰਕਾਰ ਦੇ ਜਿਹੜੇ ਕਾਨੂੰਨ ਹੁੰਦੇ ਨੇ ਉਹਨਾਂ ਦੇ ਉੱਪਰ ਵੀ ਬਹੁਤ ਘੱਟ ਲੋਕ ਅਮਲ ਕਰਦੇ ਹਨ।
ਸੋ ਇਹਨਾਂ ਸਿਧਾਂਤਾਂ ਨੂੰ ਅਸੀਂ ਵਿਵਹਾਰਿਕ ਨਹੀਂ ਕਹਿ ਸਕਦੇ। ਇਹਨਾਂ ਸਿਧਾਂਤਾਂ ਦੇ ਵਿੱਚ ਜੇ ਅਸੀਂ ਕਹੀਏ ਕਿ ਇਹਨਾਂ ਨੂੰ ਸੱਚਾਈ ਦੇ ਤੌਰ 'ਤੇ ਲਾਗੂ ਕਰ ਸਕੀਏ, ਉਹ ਅਸੀਂ ਨਹੀਂ ਲਾਗੂ ਕਰ ਸਕਦੇ। ਸੋ ਨੈਕਸਟ ਹੈ ਕਿ ਇਹ ਸੰਵਿਧਾਨਿਕ ਵਿਵਾਦਾਂ ਦਾ ਕਾਰਨ ਹਨ। ਸੰਸਦ ਦੁਆਰਾ ਕਈ ਵਾਰ ਅਜਿਹੀਆਂ ਸੋਧਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਉਦੇਸ਼ ਨਿਰਦੇਸ਼ਿਕ ਸਿਧਾਂਤਾਂ ਨੂੰ ਅਮਲੀ ਰੂਪ ਦੇਣਾ ਹੈ, ਪਰ ਅਦਾਲਤਾਂ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਸੁਪਰੀਮ ਕੋਰਟ, ਹਾਈ ਕੋਰਟ, ਅਦਾਲਤਾਂ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਅਤੇ ਕਈ ਵਾਰੀ ਕੀ ਹੁੰਦਾ ਹੈ ਕਿ ਸੰਸਦ, ਕਾਰਜਪਾਲਿਕਾ, ਜੋ ਆਪਣਾ ਵਿਧਾਨਪਾਲਿਕਾ, ਕਾਰਜਪਾਲਿਕਾ ਨੇ, ਉਹਨਾਂ ਦੀ ਕਈ ਵਾਰੀ ਬਹਿਸ ਵੀ ਹੋ ਜਾਂਦੀ ਹੈ ਨਿਆਂਪਾਲਿਕਾ ਦੇ ਨਾਲ, ਅਤੇ ਕਈ ਵਾਰ ਉਹਨਾਂ ਦੇ ਵਿੱਚ ਸੰਘਰਸ਼ ਵੀ ਹੋ ਜਾਂਦਾ ਹੈ ਵੀ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਲਾਗੂ ਕਰੋ, ਪਰ ਸੁਪਰੀਮ ਕੋਰਟ ਜਿਹੜੀ ਹੈ ਉਹ ਮਨਾ ਕਰ ਦਿੰਦੀ ਹੈ ਕਿ ਨਹੀਂ, ਇਸ ਨੂੰ ਅਸੀਂ ਲਾਗੂ ਨਹੀਂ ਕਰ ਸਕਦੇ। ਸੋ ਬੇਟੇ, ਇਹ ਤਾਂ ਸੀ ਤੁਹਾਡੇ ਸਾਹਮਣੇ ਨੀਤੀ ਨਿਰਦੇਸ਼ਿਕ ਸਿਧਾਂਤਾਂ ਦੀ ਆਲੋਚਨਾ, ਵੀ ਕਿਸ ਤਰੀਕੇ ਨਾਲ ਕਈ ਵਿਦਵਾਨਾਂ ਨੇ ਇਹਨਾਂ ਸਿਧਾਂਤਾਂ ਦੀ ਆਲੋਚਨਾ ਕੀਤੀ ਹੈ। ਹੁਣ ਬਹੁਤ ਸਾਰੇ ਵਿਦਵਾਨ ਨੇ ਜਿਨ੍ਹਾਂ ਨੇ ਇਹਨਾਂ ਸਿਧਾਂਤਾਂ ਦੀ ਮਹੱਤਤਾ ਉੱਪਰ ਵੀ ਬਹੁਤ ਜ਼ੋਰ ਦਿੱਤਾ ਹੈ। ਉਹ ਕਹਿੰਦੇ ਨੇ ਕਿ ਜੇਕਰ ਇਹ ਸਿਧਾਂਤ ਹੋਣਗੇ ਤਾਂ ਹੀ ਵਿਅਕਤੀ ਆਪਣਾ ਸਰਬਪੱਖੀ ਵਿਕਾਸ ਕਰ ਸਕਦਾ ਹੈ। ਚੌਂਕੀਦਾਰ ਦਾ ਕੰਮ ਹੁੰਦਾ ਹੈ ਜਾਗਦੇ ਰਹੋ ਦਾ ਹੋਕਾ ਦੇਣਾ, ਠੀਕ ਹੈ। ਸੋ ਇਸ ਕਰਕੇ ਹਰ ਇੱਕ ਚੰਗੇ ਨਾਗਰਿਕ ਦਾ, ਹਰ ਇੱਕ ਚੰਗੀ ਸਰਕਾਰ ਦਾ, ਹਰ ਇੱਕ ਚੰਗੇ ਅਧਿਆਪਕ ਦਾ ਇਹ ਇੱਕ ਮੁੱਢਲਾ ਕਰਤੱਵ ਹੁੰਦਾ ਹੈ ਕਿ ਉਹਨੇ ਹੋਕਾ ਦੇ ਹੀ ਜਾਣਾ ਹੈ ਕਿ ਬੱਚੇ ਪੜ੍ਹੋ, ਬੇਟੇ ਚੰਗੇ ਬਣੋ, ਚੰਗੇ ਨਾਗਰਿਕ ਬਣੋ, ਕਾਨੂੰਨ ਦੀ ਪਾਲਣਾ ਕਰੋ। ਸੋ ਕਈ ਵਿਦਵਾਨਾਂ ਨੇ ਇਹਨਾਂ ਸਿਧਾਂਤਾਂ ਵਿੱਚ ਬਹੁਤ ਕਮੀਆਂ ਦੱਸੀਆਂ ਨੇ, ਪਰ ਫਿਰ ਵੀ ਅਸੀਂ ਇਹਨਾਂ ਦੀ ਮਹਾਨਤਾ ਨੂੰ ਅੱਖੋਂ ਓਲੇ ਨਹੀਂ ਕਰ ਸਕਦੇ। ਫਿਰ ਵੀ ਅਸੀਂ ਇਹ ਬਿਲਕੁਲ ਨਹੀਂ ਕਹਿ ਸਕਦੇ ਕਿ ਨੀਤੀ ਨਿਰਦੇਸ਼ਿਕ ਸਿਧਾਂਤ ਜਿਹੜੇ ਨੇ ਉਹ ਸੰਵਿਧਾਨ ਦੇ ਵਿੱਚ ਨਹੀਂ ਹੋਣੇ ਚਾਹੀਦੇ। ਇਹਦੇ ਵਿੱਚ ਸਭ ਤੋਂ ਪਹਿਲਾਂ MC ਛਾਗਲਾ ਦੇ ਅਨੁਸਾਰ ਇਹਨਾਂ ਸਿਧਾਂਤਾਂ ਨੂੰ ਅਮਲੀ ਰੂਪ ਦੇਣ ਨਾਲ ਭਾਰਤ ਧਰਤੀ 'ਤੇ ਸਵਰਗ ਬਣ ਜਾਏਗਾ। ਸਵਰਗ ਦਾ ਮਤਲਬ ਕੀ ਹੁੰਦਾ ਹੈ? ਜਿੱਥੇ ਸਾਰੇ ਵਿਅਕਤੀ ਖੁਸ਼ ਹੋਣ, ਜਿੱਥੇ ਸਾਰੇ ਵਿਅਕਤੀਆਂ ਨੂੰ ਆਪਣੀ ਮਨਪਸੰਦ ਦੇ ਕੰਮ ਕਰਨ ਦੀ ਪੂਰੀ ਆਜ਼ਾਦੀ ਹੋਵੇ, ਜਿੱਥੇ ਕਿਸੇ ਉੱਪਰ ਕੋਈ ਪਾਬੰਦੀ ਨਾ ਹੋਵੇ। ਤਾਂ ਮਿਸਟਰ ਛਾਗਲਾ ਨੇ ਕਿਹਾ ਸੀ ਕਿ ਜੇਕਰ ਅਸੀਂ ਇਹਨਾਂ ਬੇਟੇ ਤੁਹਾਡੇ ਸਾਹਮਣੇ ਹੈ, ਜਿਵੇਂ ਤੁਹਾਨੂੰ ਤੁਹਾਡੇ ਪੇਰੈਂਟਸ, ਤੁਹਾਡੇ ਅਧਿਆਪਕ ਸਾਹਿਬਾਨ ਕਹਿੰਦੇ ਨੇ ਕਿ ਬੇਟੇ ਪੜ੍ਹੋ ਤਾਂ ਤੁਸੀਂ ਇੱਕ ਅੱਛੇ ਆਫੀਸਰ ਬਣ ਜਾਓਗੇ, ਅੱਛੇ ਨਾਗਰਿਕ ਬਣ ਜਾਓਗੇ, ਤਾਂ ਇਹ ਤੁਹਾਡੇ ਵਾਸਤੇ ਹੀ ਹੈ ਕਿ ਜੇ ਤੁਸੀਂ ਅੱਛਾ ਪੜ੍ਹਦੇ ਹੋ, ਅੱਛੇ ਨੰਬਰ ਲੈਂਦੇ ਹੋ, ਅੱਛੇ ਕੋਰਸ ਐਡਮਿਸ਼ਨ ਮਿਲ ਜਾਂਦੀ ਹੈ, ਤੁਹਾਨੂੰ ਅੱਛੀ ਜੌਬ ਮਿਲ ਜਾਂਦੀ ਹੈ, ਅੱਗੇ ਜਾ ਕੇ ਤੁਹਾਡੀ ਮੈਰਿਜ ਅੱਛੇ ਘਰ ਦੇ ਵਿੱਚ ਹੋ ਜਾਂਦੀ ਹੈ, ਤਾਂ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਸਵਰਗ ਵਿੱਚ ਰਹਿ ਰਹੇ ਹੋ। ਇਹੀ ਜੇ ਬੱਚੇ ਸਮਝੋ ਪੜ੍ਹਦੇ ਨਹੀਂ ਹਨ, ਨਲਾਇਕ ਹਨ, ਗਲਤ ਸੁਸਾਇਟੀ ਵਿੱਚ ਪੈ ਗਏ, ਨਸ਼ਾ ਕਰਨ ਲੱਗ ਪਏ ਜਾਂ ਬੁਰੀ ਸੰਗਤ ਦੇ ਵਿੱਚ ਪੈ ਗਏ, ਦੈਟਸ ਮੀਨ ਦੇ ਆਰ ਲਿਵਿੰਗ ਇਨ ਨਰਕ। ਸੋ MC ਛਾਗਲਾ ਦੇ ਅਨੁਸਾਰ ਇਹੀ ਗੱਲ ਸੀ ਕਿ ਇਹਨਾਂ ਸਿਧਾਂਤਾਂ ਨੂੰ ਅਮਲੀ ਰੂਪ ਦੇਣ ਨਾਲ ਭਾਰਤ ਦੇਸ਼ ਜਿਹੜਾ ਹੈ ਉਹ ਧਰਤੀ 'ਤੇ ਇੱਕ ਤਰ੍ਹਾਂ ਨਾਲ ਸਵਰਗ ਬਣ ਜਾਏਗਾ। ਸਾਬਕਾ ਜੱਜ ਸ਼੍ਰੀ ਕਾਨੀਆ ਅਨੁਸਾਰ ਨਿਰਦੇਸ਼ਿਕ ਸਿਧਾਂਤ ਸੰਵਿਧਾਨ ਦੇ ਅੰਗ ਹਨ, ਇਸ ਲਈ ਕੇਵਲ ਬਹੁਮਤ ਵਾਲੀ ਪਾਰਟੀ ਦੀ ਇੱਛਾ ਮਾਤਰ ਹੀ ਨਹੀਂ ਹਨ, ਸਗੋਂ ਇਹ ਤੱਤ ਸਾਰੇ ਰਾਸ਼ਟਰ ਦੀ ਬੁੱਧੀ ਦੇ ਚਿੰਨ੍ਹ ਹਨ। ਸਗੋਂ ਇਹ ਤੱਤ ਸਾਰੇ ਦੇਸ਼ ਦੀ, ਸਾਰੇ ਰਾਸ਼ਟਰ ਦੀ ਬੁੱਧੀ ਦੇ ਚਿੰਨ੍ਹ ਹਨ। ਭਾਵ ਇੱਥੋਂ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਦੇਸ਼ ਹੈ ਉਹ ਕਿੰਨਾ ਕੁ ਬੁੱਧੀਮਾਨ ਹੈ, ਜਿਨ੍ਹਾਂ ਨੂੰ ਸੰਵਿਧਾਨ ਸਭਾ ਰਾਹੀਂ ਪ੍ਰਗਟ ਕੀਤਾ ਗਿਆ ਹੈ, ਜਿਸ ਨੂੰ ਦੇਸ਼ ਦਾ ਸਰਵਉੱਚ ਕਾਨੂੰਨ ਬਣਾਉਣ ਦੀ ਆਗਿਆ ਦਿੱਤੀ ਗਈ ਹੈ। ਸੋ ਬੇਟੇ, ਇਹ ਤਾਂ ਸੀ ਜਿਨ੍ਹਾਂ ਵਿਦਵਾਨਾਂ ਨੇ ਨੀਤੀ ਨਿਰਦੇਸ਼ਿਕ ਸਿਧਾਂਤਾਂ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ ਹੈ, ਜਾਂ ਜਿਨ੍ਹਾਂ ਨੇ ਕਿਹਾ ਹੈ ਕਿ ਨਹੀਂ, ਇਹਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਹੁਣ ਪਹਿਲਾ ਪੁਆਇੰਟ ਹੈ ਕਿ ਇਹ ਰਾਜਾਂ ਲਈ ਨਿਰਦੇਸ਼ ਹਨ। ਇਹ ਸਿਧਾਂਤ ਕੇਂਦਰ ਅਤੇ ਰਾਜ ਸਰਕਾਰਾਂ ਲਈ ਨਿਰਦੇਸ਼ ਹਨ। ਜੇਕਰ ਕੋਈ ਸਰਕਾਰ ਇਹਨਾਂ ਨੂੰ ਇਮਾਨਦਾਰੀ ਨਾਲ ਲਾਗੂ ਕਰੇ ਤਾਂ ਉਹ ਉੱਨਤੀ ਦੀਆਂ ਸਿਖਰਾਂ ਛੂਹ ਸਕਦਾ ਹੈ। ਤੁਹਾਡੇ ਸਾਹਮਣੇ ਇੱਕ ਪਿਕਚਰ ਹੈ ਕਿ ਬੱਚੇ ਪੜ੍ਹੇ ਲਿਖੇ ਨੇ, ਦੇਖੋ ਉਹ ਅੱਗੇ ਵੱਧ ਰਹੇ ਹਨ। ਉਹਨਾਂ ਦਾ ਵਿਜ਼ਨ ਜਿਹੜਾ ਹੈ ਉਹ ਅਸਮਾਨ ਦੇ ਤਾਰਿਆਂ ਨੂੰ ਛੂਹਣਾ ਹੈ, ਭਾਵ ਅੱਗੇ ਵਧਣਾ ਹੈ। ਕਿਸ ਵਾਸਤੇ? ਜਦੋਂ ਉਹ ਪੜ੍ਹਦੇ ਨੇ, ਜਦੋਂ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਵਧੀਆ ਸਪੋਰਟ ਮਿਲਦੀ ਹੈ। ਤਾਂ ਦੂਸਰੀ ਪਿਕਚਰ ਦੇ ਵਿੱਚ ਕੀ ਹੈ? ਜਿਸ ਬੰਦੇ ਨੇ ਜੋ ਫੀਲਡ ਚੂਜ਼ ਕੀਤੀ ਹੈ ਉਹਦੇ ਵਿੱਚ ਉਹਦਾ ਆਪਣਾ ਯੋਗਦਾਨ ਤਾਂ ਹੁੰਦਾ ਹੀ ਹੈ, ਉਹ ਆਪਣੀ ਮਿਹਨਤ ਤਾਂ ਕਰਦਾ ਹੀ ਹੈ, ਲੇਕਿਨ ਉਸ ਦੇ ਵਿੱਚ ਸਮਾਜ ਦਾ ਵੀ ਬਹੁਤ ਯੋਗਦਾਨ ਹੁੰਦਾ ਹੈ, ਸਰਕਾਰ ਦਾ ਵੀ ਬਹੁਤ ਯੋਗਦਾਨ ਹੁੰਦਾ ਹੈ। ਸਰਕਾਰ ਉਹਨਾਂ ਨੂੰ ਫੈਸਿਲਿਟੀਜ਼ ਦਿੰਦੀ ਹੈ, ਸਰਕਾਰ ਉਹਨਾਂ ਨੂੰ ਵਧੀਆ ਅਧਿਆਪਕ ਦਿੰਦੀ ਹੈ, ਤਾਂ ਹੀ ਉਹ ਸਮਾਜ ਦੇ ਵਿੱਚ ਰਹਿ ਕੇ ਆਪਣੇ ਏਮ ਨੂੰ ਪ੍ਰਾਪਤ ਕਰ ਸਕਦੇ ਹਨ। ਅਦਾਲਤਾਂ ਦੇ ਮਾਰਗਦਰਸ਼ਕ। ਸਾਡੇ ਦੇਸ਼ ਵਿੱਚ ਅਨੇਕਾਂ ਅਜਿਹੇ ਉਦਾਹਰਨ ਮਿਲਦੇ ਹਨ ਜਦੋਂ ਨਿਰਦੇਸ਼ਿਕ ਸਿਧਾਂਤਾਂ ਨੇ ਸੰਵਿਧਾਨ ਦੀ ਵਿਆਖਿਆ ਵੇਲੇ ਮਾਰਗਦਰਸ਼ਨ ਕੀਤਾ। ਇਹ ਸਿਧਾਂਤ ਨਿਆਇਕ ਪੁਨਰ ਨਿਰੀਖਣ ਵੇਲੇ ਵੀ ਅਦਾਲਤਾਂ ਦੀ ਸਹਾਇਤਾ ਕਰਦੇ ਹਨ।
ਬੇਟੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸਾਡਾ ਭਾਰਤ ਹੈ, ਇੱਕ ਕਿਸੇ ਜ਼ਮਾਨੇ ਦੇ ਵਿੱਚ ਅੱਜ ਵੀ ਬਹੁਤ ਸਾਰੇ ਰਾਜਾਂ ਦੇ ਵਿੱਚ ਜੁਆਇੰਟ ਫੈਮਿਲੀ ਨੂੰ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ। ਤਾਂ ਕੀ ਹੋਇਆ ਸੀਗਾ ਕਿ ਕੁਝ ਸਾਲ ਪਹਿਲਾਂ 10-20 ਸਾਲ ਪਹਿਲਾਂ ਕੀ ਹੋਇਆ ਕਿ ਬਹੁਤ ਸਾਰੇ ਪੇਰੈਂਟਸ ਨੇ ਇਮੋਸ਼ਨਲ ਹੋ ਕੇ ਆਪਣੀ ਸਾਰੀ ਜਿਹੜੀ ਪ੍ਰਾਪਰਟੀ ਸੀ ਉਹ ਆਪਣੇ ਬੱਚਿਆਂ ਦੇ ਨਾਮ ਲਗਾ ਦਿੱਤੀ, ਜਾਂ ਕਹਿ ਲਓ ਕਿ ਬੱਚਿਆਂ ਦੇ ਕਹਿਣ 'ਤੇ ਆਪਣੀ ਸਾਰੀ ਜਿਹੜੀ ਪ੍ਰਾਪਰਟੀ ਸੀ ਉਹਨਾਂ ਦੇ ਨਾਮ 'ਤੇ ਲਗਾ ਦਿੱਤੀ। ਪਰ ਕੁਝ ਸਾਰੇ ਬੱਚੇ ਸਰਵਣ ਕੁਮਾਰ ਨਹੀਂ ਹੁੰਦੇ ਹੈਗੇ, ਕੁਝ ਬੱਚੇ ਨਲਾਇਕ ਵੀ ਹੁੰਦੇ ਨੇ। ਉਹਨਾਂ ਨੇ ਕੀ ਕੀਤਾ ਕਿ ਸਾਰੀ ਪ੍ਰਾਪਰਟੀ ਲੈ ਕੇ ਆਪਣੇ ਪੇਰੈਂਟਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਜਾਂ ਆਪਣੇ ਪੇਰੈਂਟਸ ਦੀ ਸੇਵਾ ਨਹੀਂ ਕੀਤੀ, ਜਾਂ ਆਪਣੇ ਪੇਰੈਂਟਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਕੀ ਹੋਇਆ ਕਿ ਸਾਡੇ ਸਮਾਜ ਦੇ ਵਿੱਚ ਇਹ ਜਿਹੜੀ ਬੁਰਾਈ ਸੀ ਵਧਣ ਲੱਗ ਪਈ, ਅਤੇ ਬਹੁਤ ਸਾਰੇ ਜਿਹੜੇ ਪੇਰੈਂਟਸ ਸੀਗੇ ਉਹਨਾਂ ਨੇ ਕੋਰਟ ਦੇ ਵਿੱਚ ਵੀ ਅਪੀਲ ਕੀਤੀ, ਕੋਰਟ ਦੇ ਵਿੱਚ ਵੀ ਕੇਸ ਕੀਤਾ ਕਿ ਦੇਖੋ ਮੇਰੀ ਸਾਰੀ ਪ੍ਰਾਪਰਟੀ ਮੇਰਾ ਬੱਚਾ ਲੈ ਗਿਆ, ਮੇਰੀ ਜ਼ਮੀਨ ਵਗੈਰਾ, ਮੇਰੀ ਸਾਰੀ ਜਿੰਨੀ ਵੀ ਦੁਕਾਨਾਂ ਵਗੈਰਾ ਜੋ ਵੀ ਸੀਗਾ, ਅਤੇ ਹੁਣ ਮੇਰੀ ਕੇਅਰ ਵੀ ਨਹੀਂ ਕਰਦੇ। ਤਾਂ ਹੌਲੀ ਹੌਲੀ ਇਹ ਪ੍ਰੋਬਲਮ ਜ਼ਿਆਦਾ ਨਾ ਵੱਧ ਜੇ, ਸੋ ਇਸ ਨੂੰ ਉੱਥੇ ਹੀ ਰੋਕਣ ਵਾਸਤੇ 2007 ਦੇ ਵਿੱਚ ਸੁਪਰੀਮ ਕੋਰਟ ਨੇ ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ ਪਾਸ ਕੀਤਾ, ਜਿਸ ਦੇ ਨਾਲ ਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ ਕਿਹਾ ਗਿਆ ਹੈ ਕਿ ਰਾਜ ਜੋ ਹੈ ਉਹ ਬਜ਼ੁਰਗਾਂ ਦਾ, ਸੀਨੀਅਰ ਸਿਟੀਜ਼ਨ ਦੀ ਕੇਅਰ ਕਰੇਗਾ। ਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ ਵੀ ਕਿਹਾ ਗਿਆ ਹੈ ਕਿ ਰਾਜ ਇੱਦਾਂ ਦੇ ਕਾਨੂੰਨ ਬਣਾਏਗਾ ਜਿਸ ਦੇ ਨਾਲ ਜਿਹੜੇ ਸਾਡੇ ਬਜ਼ੁਰਗ ਨੇ ਉਹ ਇੱਕ ਵਧੀਆ ਜੀਵਨ ਬਤੀਤ ਕਰ ਸਕਦੇ ਹੋਣ। ਸੋ ਇਹ ਜਿਹੜੇ ਸਿਧਾਂਤ ਨੇ ਇਹ ਅਦਾਲਤਾਂ ਦਾ ਮਾਰਗਦਰਸ਼ਨ ਵੀ ਕਰਦੇ ਹਨ। ਆਰਥਿਕ ਲੋਕ ਰਾਜ ਦੀ ਬੁਨਿਆਦ। ਲੋਕਤੰਤਰ ਨੂੰ ਜੇ ਇੱਕ ਤਿਕੋਣ ਮੰਨੀਏ ਤਾਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸੁਤੰਤਰਤਾ ਇਸ ਦੇ 3 ਕੋਨੇ ਹਨ। ਜਿਵੇਂ ਤੁਹਾਡੇ ਸਾਹਮਣੇ ਇੱਕ ਪਿਕਚਰ ਆ ਰਹੀ ਹੈ, ਇਕਨੋਮਿਕਸ ਦਾ ਮਤਲਬ ਹੁੰਦਾ ਹੈ ਡਾਲਰ, ਰੁਪਏ, ਪੈਸੇ। ਸੋਸ਼ਲ ਦਾ ਮਤਲਬ ਹੈ ਜਿੱਥੇ ਆਦਮੀ ਅਤੇ ਔਰਤ ਬਰਾਬਰ ਹਨ, ਜਿੱਥੇ ਸਾਰੇ ਸਮਾਜ ਦੇ ਵਿੱਚ ਲੋਕ ਜਿਹੜੇ ਨੇ ਬਰਾਬਰ ਪਾਰਟਿਸਿਪੇਸ਼ਨ ਕਰਦੇ ਨੇ, ਉਹਨਾਂ ਨੂੰ ਬਰਾਬਰ ਦੀਆਂ ਸਹੂਲਤਾਂ ਮਿਲਦੀਆਂ ਹਨ। ਤੀਸਰਾ ਹੈ ਪੋਲੀਟੀਕਲ, ਰਾਜਨੀਤਿਕ। ਬੇਟੇ ਜੇ ਅਮੀਰ ਅਤੇ ਗਰੀਬ ਦੇ ਵਿੱਚ ਫਾਸਲਾ ਘੱਟ ਹੋਏਗਾ, ਸਾਰਿਆਂ ਨੂੰ ਰੋਟੀ, ਕੱਪੜਾ ਅਤੇ ਮਕਾਨ ਮਿਲਿਆ ਹੋਏਗਾ, ਸਾਰੇ ਇੱਕ ਅੱਛਾ ਜੀਵਨ ਬਤੀਤ ਕਰਦੇ ਹੋਣਗੇ, ਬੇਸਿਕ ਜਿਹੜੀਆਂ ਲੋੜਾਂ ਨੇ ਉਹ ਸਾਰਿਆਂ ਦੀਆਂ ਪੂਰੀਆਂ ਹੋਣਗੀਆਂ ਸਮਾਜ ਦੇ ਵਿੱਚ, ਤਾਂ ਉਹ ਵਧੀਆ ਸਰਕਾਰ ਬਣਾ ਸਕਦੇ ਨੇ। ਇਸ ਦੇ ਵਿੱਚ ਕੋਈ ਝੂਠ ਨਹੀਂ ਹੈ। ਅਸੀਂ ਸਰਕਾਰ ਉਦੋਂ ਹੀ ਵਧੀਆ ਬਣਾ ਸਕਦੇ ਹਾਂ ਜਦੋਂ ਅਸੀਂ ਪੜ੍ਹੇ ਲਿਖੇ ਹੋਵਾਂਗੇ। ਪੜ੍ਹੇ ਲਿਖੇ ਅਸੀਂ ਕਦੋਂ ਹੋਵਾਂਗੇ? ਜਦੋਂ ਅਸੀਂ ਸਕੂਲ ਜਾਵਾਂਗੇ। ਸਕੂਲ ਅਸੀਂ ਕਦੋਂ ਜਾਵਾਂਗੇ? ਜਦੋਂ ਸਾਡੇ ਪੇਰੈਂਟਸ ਸਾਨੂੰ ਸਕੂਲ ਭੇਜਣਗੇ, ਜਦੋਂ ਸਾਡੇ ਕੋਲ 4 ਪੈਸੇ ਹੋਣਗੇ। ਸੋ ਇਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਹਨ। ਸਾਡੇ ਸਮਾਜ ਦਾ ਵਿਕਾਸ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਪੜ੍ਹੇ ਲਿਖੇ ਹੋਈਏ, ਤਾਂ ਸਾਡੀ ਰਾਜਨੀਤੀ ਵੀ ਤਾਂ ਹੀ ਅੱਛੀ ਹੋ ਸਕਦੀ ਹੈ ਜੇ ਅਸੀਂ ਇਮਾਨਦਾਰ, ਪੜ੍ਹੇ ਲਿਖੇ, ਸਿਆਣੇ, ਬੁੱਧੀਮਾਨ ਉਮੀਦਵਾਰਾਂ ਨੂੰ ਵੋਟ ਪਾਈਏ। ਜਦੋਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਸ ਦੇ ਵਿੱਚ ਕੋਆਰਡੀਨੇਸ਼ਨ ਵਧੀਆ ਹੋ ਗਿਆ, ਇਕਨੋਮਿਕਲੀ ਸਾਰੇ ਸਾਊਂਡ ਨੇ, ਸਮਾਜ ਦੇ ਵਿੱਚ ਬੁਰਾਈਆਂ ਨੇ ਪਰ ਬਹੁਤ ਘੱਟ ਬੁਰਾਈਆਂ ਨੇ, ਅਤੇ ਉਹ ਸਰਕਾਰ ਆਪਣੀ ਵਧੀਆ ਚੁਣ ਰਹੇ ਹਨ, ਉਸ ਦੇ ਨਾਲ ਕੀ ਹੋਏਗਾ ਕਿ ਇੱਕ ਵੈਲਦੀ ਨੇਸ਼ਨ ਦੀ ਜਿਹੜੀ ਸਥਾਪਨਾ ਹੈ ਹੋ ਸਕਦੀ ਹੋਏਗੀ। ਇੱਕ ਵਧੀਆ ਰਾਸ਼ਟਰ ਦੀ ਜਿਹੜੀ ਸਥਾਪਨਾ ਹੈ ਉਹ ਆਪਾਂ ਕਰ ਸਕਾਂਗੇ। ਉਸ ਤੋਂ ਬਾਅਦ ਹੈ ਨਿਰਦੇਸ਼ਕ ਸਿਧਾਂਤਾਂ ਦੀ ਵਿਦਿਅਕ ਮਹੱਤਤਾ। ਨਿਰਦੇਸ਼ਕ ਸਿਧਾਂਤ ਆਉਣ ਵਾਲੀਆਂ ਨਸਲਾਂ ਨੂੰ ਉਹਨਾਂ ਆਦਰਸ਼ਾਂ ਅਤੇ ਉਦੇਸ਼ਾਂ ਦੀ ਜਾਣਕਾਰੀ ਦਿੰਦੇ ਰਹਿਣਗੇ ਜਿਹੜੇ ਸੰਵਿਧਾਨ ਨਿਰਮਾਤਾਵਾਂ ਨੇ ਸਦਾ ਆਪਣੇ ਸਾਹਮਣੇ ਰੱਖੇ ਹਨ। ਬੇਟੇ ਸਾਡੇ ਸੰਵਿਧਾਨ ਨਿਰਮਾਤਾ ਜਿਹੜੇ ਕਿ ਬਹੁਤ ਹੀ ਮਹਾਨ ਸਨ, ਡਾਕਟਰ ਅੰਬੇਦਕਰ ਸੀ, ਡਾਕਟਰ ਰਜਿੰਦਰ ਪ੍ਰਸਾਦ, ਜਾਂ ਹੋਰ ਵੀ ਉਹਨਾਂ ਦੀ ਕਮੇਟੀ ਦੇ ਮੈਂਬਰ ਸੀਗੇ। ਤੁਸੀਂ ਦੇਖੋ ਕਿ ਉਸ ਜ਼ਮਾਨੇ ਦੇ ਵਿੱਚ 60 ਲੱਖ ਰੁਪਇਆ ਖਰਚਾ ਕਰਕੇ ਉਹਨਾਂ ਨੇ ਸੰਵਿਧਾਨ ਤਿਆਰ ਕੀਤਾ। ਇੰਨੇ ਦੇਸ਼ਾਂ ਦੇ ਸੰਵਿਧਾਨ ਨੂੰ ਪੜ੍ਹਿਆ ਤਾਂ ਜਾ ਕੇ ਉਹਨਾਂ ਨੇ ਆਪਣੇ ਦੇਸ਼ ਦਾ ਸੰਵਿਧਾਨ ਬਣਾਇਆ। ਤਾਂ ਉਹਨਾਂ ਦਾ ਮੇਨ ਮਕਸਦ ਕੀ ਸੀਗਾ? ਕਿਉਂਕਿ ਭਾਰਤ ਇੱਕ ਬਹੁਤ ਹੀ ਡਾਇਵਰਸਿਟੀ ਵਾਲਾ ਦੇਸ਼ ਹੈ, ਭਾਰਤ ਇੱਕ ਬਹੁਤ ਹੀ ਭਿੰਨਤਾਵਾਂ ਵਾਲਾ ਦੇਸ਼ ਹੈ। ਇਸ ਦੇਸ਼ ਨੂੰ ਯੂਨਾਈਟ ਕਰਨਾ, ਇਸ ਦੇਸ਼ ਨੂੰ ਏਕਤਾ ਦੇ ਵਿੱਚ ਬੰਨ੍ਹੀ ਰੱਖਣਾ, ਸਮਾਜ ਨੂੰ ਬਰਾਬਰ ਦੇ ਰਾਈਟਸ ਨੇ। ਸਮਾਜ ਦੇ ਵਿੱਚ ਇੰਨੀਆਂ ਜਾਤਾਂ, ਇੰਨੇ ਧਰਮ, ਇੰਨੀਆਂ ਨਸਲਾਂ, ਇੰਨੀਆਂ ਭਾਸ਼ਾਵਾਂ, ਬਹੁਤ ਕੁਛ ਹੈ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਕਿਵੇਂ ਇਹਨਾਂ ਨੂੰ ਹੈਂਡਲ ਕਰ ਸਕਦੇ ਹਾਂ, ਇਹਨਾਂ ਬੁਰਾਈਆਂ ਨੂੰ, ਜਾਂ ਲੋਕਾਂ ਦੇ ਵਿੱਚ ਜਾਗਰਤੀ ਕਿਵੇਂ ਆ ਸਕਦੀ ਹੈ ਜੇਕਰ ਲੋਕ ਪੜ੍ਹੇ ਲਿਖੇ ਹੋਣਗੇ। ਜਿੰਨਾ ਇਨਸਾਨ ਪੜ੍ਹਦਾ ਹੈ ਉਸ ਦੀ ਬੁੱਧੀ, ਉਸ ਦਾ ਦਿਮਾਗ ਓਨਾ ਹੀ ਸ਼ਾਰਪ ਹੁੰਦਾ ਹੈ, ਅਤੇ ਉਹ ਸਮਝਦਾ ਹੈ ਕਿ ਨਹੀਂ ਇਹ ਸਾਡੇ ਦੇਸ਼ ਵਾਸਤੇ ਪ੍ਰੋਬਲਮ ਹੈ। ਅਨਪੜ੍ਹਤਾ ਹੈ ਜਾਂ ਕੋਈ ਵੀ ਹਿੰਸਾਤਮਕ ਤਰੀਕੇ ਨਾਲ ਕੋਈ ਵੀ ਗਤੀਵਿਧੀਆਂ ਹੁੰਦੀਆਂ ਨੇ ਉਹ ਸਾਰੇ ਆਪਣੇ ਆਪ ਨੂੰ ਪਰੇ ਕਰ ਲੈਂਦੇ ਹਨ। ਸੋ ਨੀਤੀ ਨਿਰਦੇਸ਼ਾਂ ਦੀ ਵਿਦਿਅਕ ਜਿਹੜੀ ਮਹੱਤਤਾ ਹੈ ਉਸ ਨੂੰ ਅਸੀਂ ਅੱਖੋਂ ਓਲੇ ਨਹੀਂ ਕਰ ਸਕਦੇ।
ਕਲਿਆਣਕਾਰੀ ਰਾਜ ਦੀ ਸਥਾਪਨਾ ਕਰਦੇ ਹਨ। ਕਲਿਆਣਕਾਰੀ ਰਾਜ ਦਾ ਕੀ ਮਤਲਬ ਹੁੰਦਾ ਹੈ ਕਿ ਜਿਹੜਾ ਸਰਕਾਰ ਹੈ ਉਸ ਦੀਆਂ ਬਣਾਈਆਂ ਹੋਈਆਂ ਨੀਤੀਆਂ ਲੋਕਾਂ ਤੱਕ ਪਹੁੰਚਣ ਅਤੇ ਲੋਕਾਂ ਦੀ ਭਲਾਈ ਹੋ ਸਕੇ, ਲੋਕਾਂ ਦਾ ਕਲਿਆਣ ਹੋ ਸਕੇ, ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਇਨਸਾਫ ਪ੍ਰਾਪਤ ਹੋਵੇ, ਅਮੀਰ ਅਤੇ ਗਰੀਬ ਦੇ ਵਿੱਚ ਫਾਸਲਾ ਘੱਟ ਹੋਵੇ। ਸਮਾਜਵਾਦ ਦਾ ਵੀ ਇਹੀ ਮਤਲਬ ਹੈ ਅਤੇ ਸਮਾਜਵਾਦ ਦੀ ਸਥਾਪਨਾ ਕਰਨਾ ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਇਹ ਸਿਧਾਂਤ ਨੈਤਿਕ ਹਨ। ਨੈਤਿਕਤਾ ਦਾ ਬੇਟੇ ਕੀ ਮਤਲਬ ਹੈ ਕਿ ਜਿਹੜੀ ਮੋਰਲ ਐਜੂਕੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਜਿਵੇਂ ਆਪਾਂ ਸਾਰੀ ਉਮਰ ਆਪਣੇ ਪੇਰੈਂਟਸ ਤੋਂ ਜਾਂ ਆਪਣੇ ਟੀਚਰਸ ਤੋਂ ਸੁਣਿਆ ਹੈ ਕਿ ਓਨੈਸਟੀ ਇਜ਼ ਦਾ ਬੈਸਟ ਪਾਲਿਸੀ, ਇਮਾਨਦਾਰੀ ਜਿਹੜੀ ਹੈ ਉਹ ਬੈਸਟ ਪਾਲਿਸੀ ਹੈ, ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਸੋ ਜਿਹੜੇ ਇਹ ਸਿਧਾਂਤ ਨੇ ਇਹ ਵੀ ਨੈਤਿਕਤਾ ਨਾਲ ਹੀ ਸੰਬੰਧ ਰੱਖਦੇ ਹਨ ਕਿ ਸਮਾਜ 'ਚ ਰਹਿੰਦੇ ਹੋਏ ਸਾਨੂੰ ਬਹੁਤ ਸਾਰੇ ਨੈਤਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ, ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ, ਆਪਣੇ ਘਰ ਕੋਈ ਆਉਂਦਾ ਹੈ ਉਸ ਨੂੰ ਸਤਿ ਸ਼੍ਰੀ ਅਕਾਲ ਬੁਲਾਓ, ਪੈਰੀ ਹੱਥ ਲਾਓ, ਆਪਣੇ ਟੀਚਰ ਦੀ ਰਿਸਪੈਕਟ ਕਰੋ, ਆਪਣੇ ਸਮਾਜ ਦੇ ਵਿੱਚ ਅੱਛੇ ਨਾਗਰਿਕ ਬਣ ਕੇ ਰਹੋ। ਉਸ ਤੋਂ ਬਾਅਦ ਇਹਨਾਂ ਸਿਧਾਂਤਾਂ ਦੇ ਪਿੱਛੇ ਲੋਕ ਰਾਏ ਦੀ ਸ਼ਕਤੀ ਹੈ। ਮੌਲਿਕ ਅਧਿਕਾਰਾਂ ਦੇ ਪਿੱਛੇ ਕਾਨੂੰਨੀ ਸ਼ਕਤੀ ਹੈ, ਲੇਕਿਨ ਇਹਨਾਂ ਸਿਧਾਂਤਾਂ ਦੇ ਪਿੱਛੇ ਲੋਕ ਰਾਏ ਦੀ ਸ਼ਕਤੀ ਹੈ। ਭਾਵੇਂ ਸਾਨੂੰ ਕਾਨੂੰਨ ਇਜਾਜ਼ਤ ਦਿੰਦਾ ਹੈ ਕਿ 18 ਸਾਲ ਤੋਂ ਬਾਅਦ ਤੁਸੀਂ ਬਾਲਗ ਹੋ, ਤੁਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਕਰ ਸਕਦੇ ਹੋ, ਪਰ ਅਸੀਂ ਸਮਾਜ ਤੋਂ ਡਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਨਹੀਂ, ਭਾਵੇਂ ਕਾਨੂੰਨ ਸਾਨੂੰ ਇਜਾਜ਼ਤ ਦਿੰਦਾ ਹੈ ਲੇਕਿਨ ਅਸੀਂ ਸਮਾਜ ਤੋਂ ਡਰਦੇ ਹਾਂ। ਦੈਟਸ ਮੀਨ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਰਾਏ ਹੈ ਉਹ ਸਾਡੇ ਪਿੱਛੇ ਕੰਮ ਕਰਦੀ ਹੈ। ਸੋ ਇਹਨਾਂ ਸਿਧਾਂਤਾਂ ਦੇ ਪਿੱਛੇ ਵੀ ਜਿਹੜੀ ਲੋਕ ਰਾਏ ਹੈ ਉਹ ਕੰਮ ਕਰਦੀ ਹੈ, ਜਿਹੜਾ ਪਬਲਿਕ ਓਪੀਨੀਅਨ ਹੈ ਉਹ ਕੰਮ ਕਰਦਾ ਹੈ। ਠੀਕ ਹੈ ਬੇਟੇ, ਕੋਈ ਸਰਕਾਰ ਇਹਨਾਂ ਦੀ ਅਵਗਿਆ ਕਰਕੇ ਲੋਕ ਮਤ ਨੂੰ ਆਪਣਾ ਵਿਰੋਧੀ ਨਹੀਂ ਬਣਾਏਗੀ। ਉਸ ਤੋਂ ਬਾਅਦ ਆ ਜਾਂਦਾ ਆਪਣਾ ਕਿ ਮੌਲਿਕ ਅਧਿਕਾਰਾਂ ਅਤੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਅੰਤਰ। ਮੌਲਿਕ ਅਧਿਕਾਰ ਅਤੇ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਕੀ ਅੰਤਰ ਹੈ। ਬਹੁਤ ਸਾਰੀਆਂ ਗੱਲਾਂ ਤਾਂ ਤੁਸੀਂ ਸਮਝ ਗਏ ਹੋਵੋਗੇ ਕਿ ਡਾਇਰੈਕਟਿਵ ਪ੍ਰਿੰਸੀਪਲ ਦਾ ਮੇਨ ਪਰਪਸ ਕੀ ਹੈ, ਸਮਾਜ ਦੇ ਵਿੱਚ ਸੁਧਾਰ ਕਰਨਾ ਮੋਰਲੀ, ਨੈਤਿਕਤਾ ਨਾਲ, ਅਤੇ ਫੰਡਾਮੈਂਟਲ ਰਾਈਟਸ ਤੁਹਾਨੂੰ 6 ਮਿਲੇ ਹੀ ਹੋਏ ਨੇ। ਠੀਕ ਹੈ ਬੱਚੇ, ਸਭ ਤੋਂ ਪਹਿਲਾਂ ਆਪਣਾ ਆ ਜਾਂਦਾ ਹੈ ਕਿ ਮੌਲਿਕ ਅਧਿਕਾਰ ਨਾਗਰਿਕਾਂ ਲਈ ਹਨ ਅਤੇ ਨੀਤੀ ਨਿਰਦੇਸ਼ਕ ਸਿਧਾਂਤ ਰਾਜ ਲਈ ਹਨ। ਮੌਲਿਕ ਅਧਿਕਾਰ 6 ਨੇ, ਨਾਗਰਿਕਾਂ ਨੂੰ ਮਿਲੇ ਹੋਏ ਨੇ, ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹੋਏ ਨੇ, 12 ਤੋਂ ਲੈ ਕੇ 35 ਤੱਕ। ਠੀਕ ਹੈ, ਲੋਕ ਇਹਨਾਂ ਨੂੰ ਮੰਨਦੇ ਹਨ ਅਤੇ ਜੇ ਕੋਈ ਇਹਨਾਂ ਤੋਂ ਖੋਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਲੋਕ ਜਿਹੜੇ ਹੈਗੇ ਨੇ ਕੋਰਟ ਵਿੱਚ ਵੀ ਜਾਂਦੇ ਨੇ। ਉਸ ਤੋਂ ਬਾਅਦ ਹੈ ਜਿਹੜੇ ਨੀਤੀ ਨਿਰਦੇਸ਼ਕ ਸਿਧਾਂਤ ਨੇ ਉਹ ਰਾਜਾਂ ਲਈ ਹਨ। ਉਹ ਰਾਜਾਂ ਨੂੰ ਨਿਰਦੇਸ਼ ਕਰਦੇ ਨੇ ਕਿ ਤੁਸੀਂ ਆਹ ਕੰਮ ਕਰਨਾ ਹੈ, ਤੁਸੀਂ ਇਹ ਕੰਮ ਨਹੀਂ ਕਰਨਾ ਹੈ। ਉਸ ਤੋਂ ਬਾਅਦ ਆਉਂਦਾ ਹੈ, ਇਹ ਮੈਂ ਲਾਈਨ ਬਹੁਤ ਵਾਰੀ ਬੋਲ ਚੁੱਕੀ ਹਾਂ ਕਿ ਕਾਨੂੰਨ ਮੌਲਿਕ ਅਧਿਕਾਰ ਜਿਹੜੇ ਹਨ ਉਹ ਨਿਆਂਯੋਗ ਹਨ ਅਤੇ ਨੀਤੀ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹਨ। ਠੀਕ ਹੈ ਬੱਚੇ, ਉਸ ਤੋਂ ਬਾਅਦ ਆਪਣਾ ਆ ਜਾਂਦਾ ਮੌਲਿਕ ਅਧਿਕਾਰਾਂ ਦੇ ਪਿੱਛੇ ਕਾਨੂੰਨੀ ਸ਼ਕਤੀ ਹੈ, ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਪਿੱਛੇ ਲੋਕ ਮਤ ਦੀ ਸ਼ਕਤੀ ਹੈ। ਕਾਨੂੰਨੀ ਸ਼ਕਤੀ ਹੈ, ਕਾਨੂੰਨ ਦੁਆਰਾ ਅਸੀਂ ਜ਼ਬਰਦਸਤੀ ਲਾਗੂ ਕਰਵਾ ਸਕਦੇ ਹਾਂ ਵੀ ਤੁਸੀਂ ਇਹਨਾਂ ਨੂੰ ਮੰਨਣਾ ਹੈ, ਮੰਨਣਾ ਹੀ ਹੈ ਤੁਸੀਂ ਇਹਨਾਂ ਨੂੰ। ਲੇਕਿਨ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਪਿੱਛੇ ਲੋਕ ਮਤ ਦੀ ਸ਼ਕਤੀ ਹੈ, ਭਾਵ ਲੋਕਾਂ ਦੀਆਂ ਭਾਵਨਾਵਾਂ ਦੀ ਸ਼ਕਤੀ ਹੈ, ਲੋਕਾਂ ਦੀ ਜਿਹੜੀ ਇੱਕ ਫੀਲਿੰਗ ਹੈ ਉਸ ਦੀ ਪਾਵਰ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਮੌਲਿਕ ਅਧਿਕਾਰ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ ਅਤੇ ਨੀਤੀ ਨਿਰਦੇਸ਼ਕ ਸਿਧਾਂਤ ਜਿਹੜੇ ਨੇ ਉਹ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ। ਰਾਜਨੀਤਿਕ ਲੋਕਤੰਤਰ ਤੋਂ ਭਾਵ ਹੈ ਕਿ ਤੁਸੀਂ ਆਪਣੀ ਮਨ ਮਰਜ਼ੀ ਦੀ ਸਰਕਾਰ ਚੁਣ ਸਕਦੇ ਹੋ, ਤੁਸੀਂ ਆਪਣੀਆਂ ਯੋਗਤਾਵਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਸਰਪੰਚ ਦੀ ਚੋਣ ਲੜ ਸਕਦੇ ਹੋ, MLA ਦੀ ਚੋਣ ਲੜ ਸਕਦੇ ਹੋ, MP ਦੀ ਚੋਣ ਲੜ ਸਕਦੇ ਹੋ, ਪੋਲਿਟਿਕਸ ਦੇ ਵਿੱਚ ਤੁਸੀਂ ਪਾਰਟਿਸਿਪੇਸ਼ਨ ਕਰ ਸਕਦੇ ਹੋ। ਨੀਤੀ ਨਿਰਦੇਸ਼ਕ ਸਿਧਾਂਤ ਕੀ ਨੇ? ਆਰਥਿਕ ਲੋਕਤੰਤਰ, ਪੈਸਾ ਕਿਵੇਂ ਕਮਾਉਣਾ ਹੈ, ਉਸ ਨੂੰ ਕਿਵੇਂ ਯੂਜ਼ ਕਰਨਾ ਹੈ, ਉਸ ਨੂੰ ਕਿਵੇਂ ਖਰਚਣਾ ਹੈ, ਉਸ ਨੂੰ ਕਿਵੇਂ ਬਚਾਉਣਾ ਹੈ ਅਤੇ ਸਮਾਜ ਦੇ ਵਿੱਚ ਤੁਸੀਂ ਆਪਣੀ ਡਿਵੈਲਪਮੈਂਟ ਕਿਵੇਂ ਕਰਨੀ ਹੈ। ਮੌਲਿਕ ਅਧਿਕਾਰ ਨਾਗਰਿਕਾਂ ਨੂੰ ਪ੍ਰਾਪਤ ਹਨ ਅਤੇ ਨੀਤੀ ਨਿਰਦੇਸ਼ਕ ਹਾਲੇ ਪ੍ਰਾਪਤ ਕਰਨੇ ਹਨ। ਮੌਲਿਕ ਅਧਿਕਾਰ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਵੀ ਆਰ ਵੈਰੀ ਲੱਕੀ ਪਰਸਨ ਕਿ ਸਾਨੂੰ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਜਾਂ ਕਹਿ ਲਓ ਕਿ 1950 ਦੇ ਵਿੱਚ ਜਦੋਂ ਸਾਡੇ ਦੇਸ਼ ਦਾ ਸੰਵਿਧਾਨ ਬਣਿਆ, ਉਦੋਂ ਹੀ ਸਾਨੂੰ ਸਾਰਿਆਂ ਨੂੰ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਸਾਨੂੰ ਸਾਰਿਆਂ ਨੂੰ, ਔਰਤਾਂ ਨੂੰ, ਮਰਦਾਂ ਨੂੰ ਸਰਕਾਰ ਨੇ ਮੌਲਿਕ ਅਧਿਕਾਰ ਦੇ ਦਿੱਤੇ ਸਨ। ਰਾਈਟ ਟੂ ਇਕੁਐਲਿਟੀ, ਰਾਈਟ ਟੂ ਫਰੀडम, ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਸ਼ੋਸ਼ਣ ਦਾ ਅਧਿਕਾਰ ਜੋ ਹੈ, ਰਾਈਟ ਟੂ ਫਰੀडम ਰਿਲੀਜਨ, ਐਜ਼ ਕਲਚਰ ਐਂਡ ਐਜੂਕੇਸ਼ਨਲ ਰਾਈਟਸ ਹੋ ਗਏ, ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼। ਠੀਕ ਹੈ ਨਾ, ਸੋ ਸਾਰੇ ਸਾਨੂੰ ਜਿਹੜੇ ਅਧਿਕਾਰ ਮਿਲ ਗਏ ਸਨ, ਅਸੀਂ ਸਕੇ ਬਹੁਤ ਖੁਸ਼ਕਿਸਮਤ ਹਾਂ। ਅਤੇ ਨੀਤੀ ਨਿਰਦੇਸ਼ਕ ਜਿਹੜੇ ਸਿਧਾਂਤ ਨੇ ਹਾਲੇ ਅਸੀਂ ਉਹ ਪ੍ਰਾਪਤ ਕਰਨੇ ਹਨ। ਹੋ ਸਕਦਾ ਹੈ ਜਿਹੜੇ ਸਟੂਡੈਂਟਸ ਮੈਨੂੰ ਸੁਣ ਰਹੇ ਹਨ ਜਦੋਂ ਉਹ ਇੱਥੇ ਆ ਕੇ ਲੈਕਚਰ ਦੇਣਗੇ
ਤਾਂ ਹੋ ਸਕਦਾ ਹੈ ਉਦੋਂ ਤੱਕ ਨੀਤੀ ਨਿਰਦੇਸ਼ਕ ਸਿਧਾਂਤ ਵੀ ਨਾਗਰਿਕਾਂ ਨੂੰ ਪ੍ਰਾਪਤ ਹੋ ਗਏ ਹੋਣ। ਮੇ ਬੀ, ਸ਼ਾਇਦ ਲੋਕਾਂ ਨੂੰ ਪ੍ਰਾਪਤ ਹੋ ਚੁੱਕੇ ਹੋਣਗੇ। ਸੋ ਅਗਲਾ ਪੁਆਇੰਟ ਹੈ ਕਿ ਨਿਰਦੇਸ਼ਕ ਸਿਧਾਂਤ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਸਿਧਾਂਤ ਸੱਚ ਹੀ ਸੰਵਿਧਾਨ ਨਿਰਮਾਤਾਵਾਂ ਦੀ ਦੂਰ ਅੰਦੇਸ਼ੀ ਦਾ ਸਬੂਤ ਹਨ। ਬੇਟੇ, ਜਿਹੜੇ ਸਾਡੇ ਸੰਵਿਧਾਨ ਬਣਾਉਣ ਵਾਲੇ ਸੀ ਉਹਨਾਂ ਨੇ ਕੁਛ ਨਾ ਕੁਛ ਤਾਂ ਬਹੁਤ ਅੱਛਾ ਸੋਚਿਆ ਹੋਏਗਾ ਕਿ ਵੀ ਸਾਡੇ ਦੇਸ਼ ਦੇ ਲੋਕਾਂ ਦੇ ਲਈ ਕਿੱਦਾਂ ਦਾ ਸੰਵਿਧਾਨ ਵਧੀਆ ਰਹੇਗਾ। ਵਰਤਮਾਨ ਦੇ ਨਾਲ ਨਾਲ ਭਵਿੱਖ ਨੂੰ ਵੀ ਰੋਸ਼ਨ ਕਰਨ ਲਈ ਇਹ ਸਿਧਾਂਤ ਬਣਾਏ ਗਏ ਹਨ। ਸਾਡੇ ਸਮਾਜ ਦੇ ਵਿੱਚ ਅਸੀਂ ਆਪਣੀ ਸਮਾਜਿਕ ਡਿਵੈਲਪਮੈਂਟ ਕਿਵੇਂ ਕਰ ਸਕਦੇ ਹਾਂ, ਅਸੀਂ ਵਿਅਕਤੀ ਦਾ ਬਹੁਪੱਖੀ ਵਿਕਾਸ ਕਿਵੇਂ ਕਰ ਸਕਦੇ ਹਾਂ, ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਨੀਤੀ ਨਿਰਦੇਸ਼ਕ ਸਿਧਾਂਤਾਂ ਨਾਲ ਹੀ ਪੂਰਾ ਕਰ ਸਕਦੇ ਹਾਂ। ਸੋ ਬੇਟੇ, ਉਮੀਦ ਹੈ ਕਿ ਤੁਹਾਨੂੰ ਇਹ ਜੋ ਚੈਪਟਰ ਹੈ ਨੀਤੀ ਨਿਰਦੇਸ਼ਕ ਸਿਧਾਂਤਾਂ ਦੀ ਆਲੋਚਨਾ ਕੀਤੀ ਹੈ। ਅੱਜ ਅਸੀਂ ਨੀਤੀ ਨਿਰਦੇਸ਼ਕ ਸਿਧਾਂਤਾਂ ਦੀ ਅਸੀਂ ਮਹੱਤਤਾ ਕੀਤੀ ਹੈ ਅਤੇ ਅਸੀਂ ਨੀਤੀ ਨਿਰਦੇਸ਼ਕ ਸਿਧਾਂਤਾਂ ਅਤੇ ਮੌਲਿਕ ਅਧਿਕਾਰਾਂ ਦੇ ਵਿੱਚ ਅੰਤਰ ਕੀਤਾ ਹੈ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਜੋ ਲੈਸਨ ਹੈ ਇਹ ਬਹੁਤ ਚੰਗੀ ਤਰ੍ਹਾਂ ਨਾਲ ਸਮਝ ਆ ਗਿਆ ਹੋਵੇਗਾ। ਇਹਦੇ ਵਿੱਚੋਂ ਬੇਟੇ ਤੁਸੀਂ 5 ਜਾਂ 7 ਜਿਹੜੇ ਕੁਐਸਚਨਸ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਜਿਵੇਂ ਆਪਾਂ ਕੁਐਸਚਨ ਆ ਸਕਦਾ ਤੁਹਾਨੂੰ ਪੇਪਰ ਦੇ ਵਿੱਚ ਕਿ 2 ਆਲੋਚਕਾਂ ਦੇ ਨਾਮ ਦੱਸੋ, 2 ਇਹਦੀ ਫੇਵਰ ਕਰਨ ਵਾਲੇ ਜਿਹੜੇ ਵਿਦਵਾਨ ਨੇ, ਜਿਹੜੇ ਦੀ ਫੇਵਰ ਕਰਦੇ ਨੇ, ਜਿਹੜੇ ਕਹਿੰਦੇ ਨੇ ਕਿ ਨੀਤੀ ਨਿਰਦੇਸ਼ਕ ਸਿਧਾਂਤ ਸਮਾਜ ਵਿੱਚ ਲਾਗੂ ਹੋਣੇ ਚਾਹੀਦੇ ਹਨ, ਉਹ ਕਿਹੜੇ 2 ਵਿਦਵਾਨ ਸੀਗੇ। ਸੋ ਦੂਸਰੇ ਪਾਸੇ ਇਹ ਆ ਜਾਂਦਾ ਹੈ ਕਿ ਜੇਕਰ ਤੁਹਾਨੂੰ ਜਿਵੇਂ ਕਿ 1 ਨੰਬਰ ਦੇ ਕੁਐਸਚਨ ਆਣੇ ਨੇ ਵੀ ਜੇਕਰ ਮੌਲਿਕ ਅਧਿਕਾਰਾਂ ਦੇ ਪਿੱਛੇ ਕਾਨੂੰਨੀ ਸ਼ਕਤੀ ਹੈ ਤਾਂ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਪਿੱਛੇ ਕਿਹੜੀ ਸ਼ਕਤੀ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਪਿੱਛੇ ਲੋਕ ਰਾਏ ਦੀ ਸ਼ਕਤੀ ਹੈ। ਇੱਕ ਕੁਐਸਚਨ ਇਹ ਵੀ ਆਉਂਦਾ ਹੈ ਕਿ ਮੌਲਿਕ ਅਧਿਕਾਰਾਂ ਨੂੰ ਲਾਗੂ ਕੀਤਾ ਜਾ ਚੁੱਕਾ ਹੈ ਕਾਨੂੰਨੀ ਤੌਰ 'ਤੇ, ਪਰ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਅਜੇ ਲਾਗੂ ਕਰਨਾ ਹੈ ਕਾਨੂੰਨੀ ਤੌਰ 'ਤੇ। ਇਹਦੇ ਵਿੱਚ ਇੱਕ ਫ਼ਰਕ ਹੈ ਬੇਟਾ ਕਿ ਮੰਨਦੇ ਅਸੀਂ ਸਾਰੇ ਹਾਂ ਕਿ ਹਾਂਜੀ ਮੌਲਿਕ ਅਧਿਕਾਰ ਅਤੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਕਾਫੀ ਅੰਤਰ ਹੈ। ਸੋ ਤੁਸੀਂ ਸਾਰੇ ਸਟੂਡੈਂਟਸ ਇਸ ਲੈਸਨ ਨੂੰ, ਇਸ ਟੌਪਿਕ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਤੁਸੀਂ ਪੜ੍ਹੋਗੇ ਅਤੇ ਸਮਝਣ ਦੀ ਕੋਸ਼ਿਸ਼ ਕਰੋਗੇ। ਸਾਰੇ ਸਟੂਡੈਂਟਸ ਦਾ, ਸਾਰੇ ਲੈਕਚਰਰ ਸਾਹਿਬਾਨ ਦਾ ਮੇਰੇ ਵੱਲੋਂ ਜਸਪ੍ਰੀਤ ਕੌਰ, ਲੈਕਚਰਰ ਪੋਲੀਟੀਕਲ ਸਾਇੰਸ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਖਮਾਣੋ, ਡਿਸਟ੍ਰਿਕਟ ਫਤਿਹਗੜ੍ਹ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਸਾਰਿਆਂ ਨੇ ਮੇਰਾ ਲੈਕਚਰ ਸੁਣਿਆ। ਅਤੇ ਮੈਂ ਜਿਵੇਂ ਪਹਿਲਾਂ ਵੀ ਰਿਪੀਟ ਕੀਤਾ ਸੀ ਕਿ ਫਸਟ ਟਾਈਮ ਮੈਂ ਪੰਜਾਬੀ ਦੀ ਟਾਈਪਿੰਗ ਕੀਤੀ ਹੈ, ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਤਾਂ ਪਲੀਜ਼ ਉਹਨਾਂ ਨੂੰ ਇਗਨੋਰ ਕਰਦੇ ਹੋਏ ਮੈਨੂੰ ਦੱਸਣਾ ਤੁਸੀਂ ਇਸ ਨੂੰ ਵੀ ਮੈਂ ਇਸ ਨੂੰ ਕਿਵੇਂ ਇੰਪਰੂਵ ਕਰ ਸਕਦੀ ਹਾਂ। ਥੈਂਕ ਯੂ ਸੋ ਮੱਚ, ਸੋ ਨਾਈਸ ਆਫ ਯੂ। ਘਰ ਰਹੋ, ਖੁਸ਼ ਰਹੋ, ਆਪਣੇ ਪੇਰੈਂਟਸ ਦੀ ਆਗਿਆ ਦਾ ਪਾਲਣ ਕਰੋ, ਤੰਦਰੁਸਤ ਰਹੋ। ਥੈਂਕ ਯੂ ਬੇਟਾ, ਥੈਂਕ ਯੂ ਸੋ ਮੱਚ।